ਸਿੱਧਾ ਸ਼ੁਰੂਆਤ ਕਰਦੇ ਹਾਂ। ਜਦੋਂ ਅਸੀਂ ਮਹਾਭਾਰਤ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਹਜ਼ਾਰਾਂ ਸਾਲ ਪੁਰਾਣੀ ਇੱਕ ਬਹੁਤ ਹੀ ਵਿਸ਼ਾਲ ਅਤੇ ਰੋਮਾਂਚਕ ਕਥਾ ਆਉਂਦੀ ਹੈ। ਪਰ ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਅਸੀਂ ਕੁਝ ਵੱਖਰਾ ਕਰਨ ਜਾ ਰਹੇ ਹਾਂ। ਅਸੀਂ ਇਸ ਮਹਾਨ ਗ੍ਰੰਥ ਨੂੰ ਆਧੁਨਿਕ ਰਿਸਰਚ ਟੂਲਸ ਦੇ ਨਜ਼ਰੀਏ ਤੋਂ ਦੇਖਾਂਗੇ, ਮਤਲਬ ਪ੍ਰਾਚੀਨ ਗਿਆਨ ਅਤੇ ਅੱਜ ਦੇ ਮਾਡਰਨ ਤਕਨੀਕ ਦਾ ਇੱਕ ਬਿਲਕੁਲ ਸ਼ਾਨਦਾਰ ਸੁਮੇਲ। ਬਿਨਾਂ ਕਿਸੇ ਦੇਰੀ ਦੇ ਆਓ ਸਿੱਧੇ ਇਸ ਸਫ਼ਰ ਦੇ ਅੰਦਰ ਝਾਤ ਮਾਰੀਏ। ਮੂਲ ਸਰੋਤ ਦੀ ਪਹਿਲੀ ਲਾਈਨ ਹੀ ਸਭ ਕੁਝ ਬਿਆਨ ਕਰ ਦਿੰਦੀ ਹੈ। ਮਹਾਭਾਰਤ ਦੀ ਇਹ ਗਾਥਾ ਅਤਿਅੰਤ ਵਿਸ਼ਾਲ ਅਤੇ ਪ੍ਰੇਰਣਾਦਾਇਕ ਹੈ। ਇਹ ਕੋਈ ਮਾਮੂਲੀ ਸ਼ਬਦ ਨਹੀਂ ਹਨ। ਇਹ ਕਹਾਣੀ ਇੰਨੀ ਵੱਡੀ ਅਤੇ ਪ੍ਰਭਾਵਸ਼ਾਲੀ ਹੈ ਕਿ ਇਸ ਨੇ ਸਦੀਆਂ ਤੋਂ ਅਣਗਿਣਤ ਪੀੜ੍ਹੀਆਂ ਨੂੰ ਲਗਾਤਾਰ ਪ੍ਰੇਰਿਤ ਕੀਤਾ ਹੈ। ਇਹ ਸਿਰਫ ਇੱਕ ਕਥਾ ਨਹੀਂ ਹੈ, ਇਹ ਆਪਣੇ ਆਪ ਵਿੱਚ ਮਨੁੱਖੀ ਜਜ਼ਬਾਤਾਂ ਦਾ ਇੱਕ ਪੂਰਾ ਬ੍ਰਹਿਮੰਡ ਹੈ। ਇਸ ਦੀ ਵਿਸ਼ਾਲਤਾ ਨੂੰ ਡੂੰਘਾਈ ਨਾਲ ਮਹਿਸੂਸ ਕਰਨਾ ਹੀ ਇਸ ਦੇ ਅਸਲ ਮਹੱਤਵ ਨੂੰ ਸਮਝਣ ਦੀ ਪਹਿਲੀ ਪੌੜੀ ਹੈ। ਹੁਣ ਇਸ ਗਾਥਾ ਦੇ ਫੈਲਾਅ ਦਾ ਅੰਦਾਜ਼ਾ ਲਗਾਉਣ ਲਈ ਸਮੇਂ ਦੇ ਇਸ ਵਿਸ਼ਾਲ ਚੱਕਰ ਤੇ ਗੌਰ ਕਰੀਏ। ਇਹ ਸਫ਼ਰ ਸ਼ੁਰੂ ਹੁੰਦਾ ਹੈ ਮਹਾਰਾਜਾ ਸ਼ਾਂਤਨੂ ਦੀ ਪ੍ਰਤਿੱਗਿਆ ਤੋਂ, ਜੋ ਕਿ ਅਸਲ ਵਿੱਚ ਇਸ ਪੂਰੀ ਕਹਾਣੀ ਦਾ ਬੀਜ ਸੀ। ਅਤੇ ਇਹ ਖਤਮ ਕਿੱਥੇ ਹੁੰਦਾ ਹੈ? ਇੱਕ ਪੂਰੇ ਯੁੱਗ ਦੇ ਅੰਤ ਵਿੱਚ ਪਾਂਡਵਾਂ ਦੀ ਸਵਰਗ ਯਾਤਰਾ ਨਾਲ। ਇਨ੍ਹਾਂ ਦੋ ਵੱਡੇ ਮੀਲ ਪੱਥਰਾਂ ਦੇ ਵਿਚਕਾਰ ਰਿਸ਼ਤੇ, ਰਾਜਨੀਤੀ, ਟਕਰਾਅ ਅਤੇ ਜੀਵਨ ਦਾ ਇੱਕ ਪੂਰਾ ਸੰਸਾਰ ਵਸਦਾ ਹੈ। ਸਮੇਂ ਦਾ ਇਹ ਵਿਸ਼ਾਲ ਖੇਰਾ ਸੱਚਮੁੱਚ ਹੈਰਾਨ ਕਰ ਦੇਣ ਵਾਲਾ ਹੈ। ਪਰ ਕੀ ਇਹ ਸਿਰਫ ਰਾਜਿਆਂ ਅਤੇ ਤਲਵਾਰਾਂ ਦੀ ਕਹਾਣੀ ਹੈ? ਬਿਲਕੁਲ ਨਹੀਂ। ਇਸ ਪੂਰੇ ਮਹਾਕਾਵ ਦੀ ਨੀਂਹ ਅਸਲ ਵਿੱਚ ਤਿੰਨ ਵੱਡੇ ਥੰਮਾਂ ਤੇ ਟਿਕੀ ਹੋਈ ਹੈ: ਧਰਮ, ਕਰਤੱਵ ਅਤੇ ਮਨੁੱਖੀ ਗੁੰਝਲਾਂ। ਮਹਾਭਾਰਤ ਦੀ ਅਸਲੀ ਖੂਬਸੂਰਤੀ ਇਹ ਹੈ ਕਿ ਇੱਥੇ ਹਰ ਪਾਤਰ ਕਿਸੇ ਨਾ ਕਿਸੇ ਮੋੜ ਤੇ ਫਸਿਆ ਨਜ਼ਰ ਆਉਂਦਾ ਹੈ। ਉਹ ਆਪਣੇ ਫਰਜ਼ ਅਤੇ ਸਹੀ ਗਲਤ ਦੀ ਡੂੰਘੀ ਕਸ਼ਮਕਸ਼ ਵਿੱਚ ਉਲਝੇ ਹੋਏ ਹਨ, ਅਤੇ ਇਹੀ ਗੱਲ ਇਸ ਨੂੰ ਅੱਜ ਵੀ ਸਾਡੇ ਨਾਲ ਜੋੜਦੀ ਹੈ। ਅੱਜ ਦੇ ਜੀਵਨ ਵਿੱਚ ਵੀ ਤਾਂ ਅਸੀਂ ਰੋਜ਼ਾਨਾ ਅਜਿਹੀਆਂ ਹੀ ਨੈਤਿਕ ਦੁਵਿਧਾਵਾਂ ਦਾ ਸਾਹਮਣਾ ਕਰਦੇ ਹਾਂ। ਇਨ੍ਹਾਂ ਸਾਰੀਆਂ ਗੁੰਝਲਾਂ ਨੂੰ ਆਧੁਨਿਕ ਤਰੀਕੇ ਨਾਲ ਸਮਝਣ ਲਈ ਅੱਜਕੱਲ੍ਹ ਦੀਆਂ ਖੋਜ ਪ੍ਰਣਾਲੀਆਂ ਬਹੁਤ ਕੰਮ ਆਉਂਦੀਆਂ ਹਨ। ਪਰ ਇੱਥੇ ਇੱਕ ਬਹੁਤ ਹੀ ਦਿਲਚਸਪ ਗੱਲ ਸਾਹਮਣੇ ਆਈ। ਸਾਡੇ ਸਰੋਤ ਦੱਸਦੇ ਹਨ ਕਿ ਜਦੋਂ ਇਸ ਵਿਸ਼ਲੇਸ਼ਣ ਦੀ ਸ਼ੁਰੂਆਤ ਹੋਈ ਤਾਂ ਰਿਸਰਚ ਸਿਸਟਮ ਦੀ ਨੋਟਬੁੱਕ ਵਿੱਚ ਕੋਈ ਵੀ ਡਾਟਾ ਲੋਡ ਨਹੀਂ ਸੀ, ਉਹ ਬਿਲਕੁਲ ਖਾਲੀ ਸੀ। ਫਿਰ ਵੀ ਸਿਸਟਮ ਨੇ ਆਪਣੀ ਆਮ ਜਾਣਕਾਰੀ ਯਾਨੀ ਜਨਰਲ ਨੌਲੇਜ ਦੇ ਆਧਾਰ ਤੇ ਹੀ ਇੱਕ ਸ਼ਾਨਦਾਰ ਵਿਸ਼ਲੇਸ਼ਣ ਤਿਆਰ ਕਰ ਦਿੱਤਾ। ਇਹ ਦਰਸਾਉਂਦਾ ਹੈ ਕਿ ਅੱਜ ਦੇ ਟੂਲ ਕਿੰਨੇ ਸਮਾਰਟ ਹਨ, ਜੋ ਬਿਨਾਂ ਕਿਸੇ ਬਾਹਰੀ ਦਸਤਾਵੇਜ਼ ਦੇ ਵੀ ਇੰਨਾ ਮਜ਼ਬੂਤ ਢਾਂਚਾ ਖੜਾ ਕਰ ਦਿੰਦੇ ਹਨ। ਅਤੇ ਇਸੇ ਆਮ ਜਾਣਕਾਰੀ ਦੇ ਵਿਸ਼ਲੇਸ਼ਣ ਨੇ ਇੱਕ ਬਹੁਤ ਵੱਡੀ ਗਲਤਫਹਿਮੀ ਨੂੰ ਤੁਰੰਤ ਦੂਰ ਕਰ ਦਿੱਤਾ। ਅਕਸਰ ਇਹ ਮੰਨਿਆ ਜਾਂਦਾ ਹੈ ਕਿ ਕੌਰਵਾਂ ਅਤੇ ਪਾਂਡਵਾਂ ਵਿਚਕਾਰ ਹੋਇਆ ਉਹ ਭਿਆਨਕ ਯੁੱਧ ਸਿਰਫ ਜ਼ਮੀਨ ਦੇ ਇੱਕ ਟੁਕੜੇ ਅਤੇ ਰਾਜ ਭਾਗ ਲਈ ਲੜਿਆ ਗਿਆ ਸੀ। ਪਰ ਅਸਲ ਵਿੱਚ ਖੋਜ ਬਿਲਕੁਲ ਸਾਫ਼ ਕਰਦੀ ਹੈ ਕਿ ਇਹ ਲੜਾਈ ਮੁੱਖ ਤੌਰ ਤੇ ਨਿਆਂ ਦੀ ਸਥਾਪਨਾ ਲਈ ਲੜੀ ਗਈ ਸੀ। ਇਹ ਕੋਈ ਆਮ ਪ੍ਰਾਪਰਟੀ ਦਾ ਵਿਵਾਦ ਨਹੀਂ ਸੀ, ਸਗੋਂ ਧਰਮ ਦੀ ਰੱਖਿਆ ਅਤੇ ਸਹੀ ਗਲਤ ਦੀ ਪਹਿਚਾਣ ਕਰਵਾਉਣ ਵਾਲੀ ਇੱਕ ਮਹਾਨ ਜੰਗ ਸੀ। ਇਹ ਬਿੰਦੂ ਪੂਰੇ ਮਹਾਕਾਵ ਦੇ ਅਸਲ ਸੰਦੇਸ਼ ਦਾ ਸਹੀ ਨਿਚੋੜ ਪੇਸ਼ ਕਰਦਾ ਹੈ। ਤਾਂ ਫਿਰ ਜੇਕਰ ਇਸ ਖੋਜ ਨੂੰ ਹੋਰ ਵੀ ਡੂੰਘਾ ਕਰਨਾ ਹੋਵੇ ਤਾਂ ਉਸ ਦਾ ਸਭ ਤੋਂ ਵਧੀਆ ਢੰਗ ਕੀ ਹੈ? ਇਸ ਆਧੁਨਿਕ ਪ੍ਰਣਾਲੀ ਦੇ ਬਹੁਤ ਹੀ ਸਰਲ 2 ਕਦਮ ਹਨ। ਪਹਿਲਾ ਕਦਮ, ਸੋਰਸ ਪੈਨਲ ਵਿੱਚ ਆਪਣੇ ਖੁਦ ਦੇ ਖੋਜ ਲੇਖ, PDF ਫਾਈਲਾਂ ਜਾਂ ਜ਼ਰੂਰੀ ਲਿੰਕ ਅਪਲੋਡ ਕਰੋ। ਅਤੇ ਦੂਜਾ ਕਦਮ, ਸਿਸਟਮ ਇਨ੍ਹਾਂ ਦਸਤਾਵੇਜ਼ਾਂ ਨੂੰ ਸਕੈਨ ਕਰਕੇ ਬਿਲਕੁਲ ਸਹੀ ਜਵਾਬ ਅਤੇ ਪੁਖਤਾ ਹਵਾਲੇ ਪ੍ਰਦਾਨ ਕਰੇਗਾ। ਮਤਲਬ ਹਵਾ ਵਿੱਚ ਗੱਲਾਂ ਕਰਨ ਦੀ ਬਜਾਏ ਬਿਲਕੁਲ ਸਟੀਕ ਅਤੇ ਭਰੋਸੇਯੋਗ ਇਤਿਹਾਸਿਕ ਤੱਥ ਸਾਹਮਣੇ ਆਉਂਦੇ ਹਨ। ਡੂੰਘੀ ਪੜਤਾਲ ਲਈ ਇਹ ਤਰੀਕਾ ਸੱਚਮੁੱਚ ਕਮਾਲ ਦਾ ਹੈ। ਪਰ ਜੇਕਰ ਅਜਿਹੀ ਸਥਿਤੀ ਆਵੇ ਕਿ ਸਾਡੇ ਕੋਲ ਅਪਲੋਡ ਕਰਨ ਲਈ ਮੌਕੇ ਤੇ ਕੋਈ ਖਾਸ ਦਸਤਾਵੇਜ਼ ਜਾਂ ਲੋਕਲ ਫਾਈਲਾਂ ਉਪਲਬਧ ਨਾ ਹੋਣ ਤਾਂ ਕੀ ਹੋਵੇਗਾ? ਫਿਕਰ ਦੀ ਕੋਈ ਗੱਲ ਨਹੀਂ, ਖੋਜ ਦੀ ਪ੍ਰਕਿਰਿਆ ਫਿਰ ਵੀ ਰੁਕਦੀ ਨਹੀਂ। ਇੱਥੇ ਇੱਕ ਸ਼ਾਨਦਾਰ ਬਦਲ ਮੌਜੂਦ ਹੈ। ਸਿਸਟਮ ਆਟੋਮੈਟਿਕ ਹੀ ਇੰਟਰਨੈਟ ਖੋਜ ਦਾ ਰੁਖ ਕਰ ਲੈਂਦਾ ਹੈ ਅਤੇ ਆਨਲਾਈਨ ਮੌਜੂਦ ਜਾਣਕਾਰੀ ਦੇ ਵਿਸ਼ਾਲ ਸਾਗਰ ਵਿੱਚੋਂ ਲੋੜੀਂਦੇ ਤੱਥ ਲੱਭ ਕੇ ਸਾਹਮਣੇ ਰੱਖ ਦਿੰਦਾ ਹੈ। ਇਹ ਇਸ ਤਕਨੀਕ ਦੀ ਅਦਭੁਤ ਲਚਕਤਾ ਹੈ। ਭਾਵ ਜਾਣਕਾਰੀ ਆਪਣੇ ਦਸਤਾਵੇਜ਼ਾਂ ਵਿੱਚ ਹੋਵੇ ਜਾਂ ਇੰਟਰਨੈਟ ਤੇ, ਗਿਆਨ ਦੀ ਪਾਲ ਲਗਾਤਾਰ ਜਾਰੀ ਰਹਿੰਦੀ ਹੈ। ਇਹ ਸਾਰਾ ਵਿਸ਼ਲੇਸ਼ਣ ਅਤੇ ਮਹਾਭਾਰਤ ਦੀ ਵਿਸ਼ਾਲਤਾ ਸਾਨੂੰ ਅੰਤ ਵਿੱਚ ਇੱਕ ਬਹੁਤ ਹੀ ਉਤੇਜਕ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਕਿ ਮਹਾਭਾਰਤ ਦੇ ਇਨ੍ਹਾਂ ਪ੍ਰਮੁੱਖ ਪੜਾਵਾਂ ਤੇ ਇੱਕ ਫਾਸਟ ਰਿਸਰਚ ਯਾਨੀ ਤੇਜ਼ ਖੋਜ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਇਹ ਵਿਚਾਰਨ ਵਾਲੀ ਗੱਲ ਹੈ ਕਿ ਜੇਕਰ ਆਧੁਨਿਕ ਤਕਨੀਕ ਦੀ ਰਫ਼ਤਾਰ ਨਾਲ ਇਨ੍ਹਾਂ ਪ੍ਰਾਚੀਨ ਨੈਤਿਕ ਸਬਕਾਂ ਨੂੰ ਹੋਰ ਡੂੰਘਾਈ ਵਿੱਚ ਜਾ ਕੇ ਫਰੋਲਿਆ ਜਾਵੇ ਤਾਂ ਹੋਰ ਕੀ ਕੁਝ ਨਵਾਂ ਸਾਹਮਣੇ ਆਵੇਗਾ। ਇਹ ਸਵਾਲ ਸਿਰਫ ਜਾਣਕਾਰੀ ਨਹੀਂ ਦਿੰਦਾ, ਬਲਕਿ ਇਸ ਮਹਾਨ ਗ੍ਰੰਥ ਦੀਆਂ ਅਣਗਿਣਤ ਪਰਤਾਂ ਨੂੰ ਹੋਰ ਸਮਝਣ ਦੀ ਉਤਸੁਕਤਾ ਜਗਾਉਂਦਾ ਹੈ।
ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਬਸ ਇੰਨਾ ਹੀ। ਇਹ ਸੋਚ ਵਿਚਾਰ ਦਾ ਸਫ਼ਰ ਅਸੀਂ ਇੱਥੇ ਹੀ ਛੱਡਦੇ ਹਾਂ।